बड़ी खुशी होर हो रही है कि ਇਹਦੇ 'ਚ ਸਾਡੇ ਡਿਫਰੈਂਟ ਸਕੂਲਾਂ ਦੇ ਬੱਚੇ ਵੀ ਇਨਵੋਲਵ ਹੋਏ ਨੇ ਤਾਂ ਜੋ ਇਸ ਇਲਾਕੇ ਦੇ ਵਿੱਚ ਗੜ੍ਹਸ਼ੰਕਰ ਇਲਾਕੇ ਦੇ ਵਿੱਚ ਬੱਚਿਆਂ ਨੂੰ ਸਾਇੰਸ ਬਾਰੇ ਪਤਾ ਲੱਗੇ। ਤੇ ਮੈਨੂੰ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਸਭ ਤੋਂ ਪਹਿਲਾਂ ਸਵੇਰ ਬੱਬਰ ਦਿਹਾੜਾ ਜਿਹੜਾ ਉਹ ਸੈਲੀਬ੍ਰੇਟ ਕੀਤਾ। ਸਾਡੇ ਜਿਹੜੇ ਮਹਾਨ ਆਜ਼ਾਦੀ ਦੇ ਯੋਧੇ ਸੀ, ਬੱਬਰ ਅਕਾਲੀ ਲਹਿਰ ਨਾਲ ਸਮਰਪਿਤ ਸੀ, ਉਹਨਾਂ ਦੀ ਯਾਦ ਵਿੱਚ, ਤਾਂ ਜੋ ਸਾਡੇ ਬੱਚਿਆਂ ਨੂੰ ਇਹ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਆਜ਼ਾਦੀ ਅਸੀਂ ਕਿਸ ਤਰ੍ਹਾਂ ਲਈ ਹੈ, ਸਾਡੇ ਕਿਹੜੇ ਯੋਧਿਆਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਦੇ ਕੇ ਸਾਨੂੰ ਇਸ ਆਜ਼ਾਦੀ ਦਾ ਜਿਹੜਾ ਅਸੀਂ ਨਿੱਘ ਮਾਣ ਰਹੇ ਹਾਂ, ਇਹਦੇ 'ਚ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀ। ਉਸ ਤੋਂ ਬਾਅਦ ਅੱਜ ਸਾਇੰਸ ਡੇ ਵੀ ਆ ਅਤੇ ਮੈਨੂੰ ਇਹ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਾਇੰਸ ਡੇ ਜਿਹੜਾ ਹੈ ਉਹ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਸਾਇੰਸ ਦੀ ਅਵੇਅਰਨੈਸ ਆਵੇ, ਬੱਚੇ ਸਾਇੰਸ ਨਾਲ ਜੁੜਨ। ਜਿਸ ਤਰ੍ਹਾਂ ਬੱਚੇ ਹਿਸਟਰੀ ਨਾਲ ਜੁੜਨ, ਉਹ ਆਪਣੇ ਜਿਹੜੀ ਸੁਸਾਇਟੀ ਦੀ ਸੇਵਾ ਕਰਨ, ਇਸੇ ਤਰ੍ਹਾਂ ਉਹ ਸਾਇੰਸ ਦੇ ਨਾਲ ਡਿਫਰੈਂਟ ਪ੍ਰੋਜੈਕਟ ਕਰਕੇ, ਰਿਸਰਚ ਕਰਕੇ, ਨਵੀਂ ਇਨੋਵੇਸ਼ਨ ਲਿਆ ਕੇ ਸਾਨੂੰ ਜਿਵੇਂ ਵੱਖਰੀਆਂ ਵੱਖਰੀਆਂ ਫੈਸਿਲਿਟੀ ਪ੍ਰੋਵਾਈਡ ਕਰਨ। ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵੱਲੋਂ ਸਾਇੰਸ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਸਾਡੇ ਇਹਦੇ 'ਚ 4 ਡਿਪਾਰਟਮੈਂਟ ਇਨਵੋਲਵ ਨੇ: ਡਿਪਾਰਟਮੈਂਟ ਆਫ ਫਿਜ਼ਿਕਸ, ਡਿਪਾਰਟਮੈਂਟ ਆਫ ਮੈਥਮੈਟਿਕਸ, ਡਿਪਾਰਟਮੈਂਟ ਆਫ ਕੈਮਿਸਟਰੀ ਐਂਡ ਡਿਪਾਰਟਮੈਂਟ ਆਫ ਲਾਈਫ ਸਾਇੰਸ। ਇਹ ਬੱਚੇ ਜਿਹੜੇ ਨੇ ਸਾਡੇ ਡਿਫਰੈਂਟ ਉਹਨਾਂ ਪ੍ਰੋਜੈਕਟ ਜਿਹੜੇ ਨੇ ਉਹ ਇੰਸਟਾਲ ਕਰਕੇ ਡੈਮੋਸਟ੍ਰੇਟ ਕੀਤੇ ਹੋਏ ਨੇ ਤਾਂ ਜੋ ਬੱਚਿਆਂ ਨੂੰ ਸਾਇੰਸ ਬਾਰੇ ਅਵੇਅਰਨੈਸ ਜਿਹੜੀ ਹੈ ਵਿਦਆਊਟ ਸਾਇੰਸ ਜੋ ਅਸੀਂ ਫੈਸਿਲਿਟੀ ਜਿਹੜੀ ਅਵੇਲ ਕਰ ਰਹੇ ਹਾਂ ਅੱਜ, ਉਹ ਸਾਇੰਸ ਦੇ ਕਾਰਨ ਹੀ ਆ। ਵਿਦਆਊਟ ਸਾਇੰਸ ਇਜ਼ ਨਥਿੰਗ ਇਜ਼ ਪੋਸੀਬਲ। ਅਤੇ ਇਹਦੇ ਸੰਬੰਧ ਵਿੱਚ ਸਾਡੇ ਡਿਫਰੈਂਟ ਡਿਪਾਰਟਮੈਂਟ ਦੇ ਹੈਡਸ ਜਿਹੜੇ ਨੇ ਉਹਨਾਂ ਬਹੁਤ ਹੀ ਵਧੀਆ ਬੱਚਿਆਂ ਨੂੰ ਮੋਟੀਵੇਟ ਕਰਕੇ ਜਿਹੜੇ ਪ੍ਰੋਜੈਕਟ ਜਿਹੜੇ ਨੇ ਉਹ ਡਿਜ਼ਾਈਨ ਕਰਾਏ ਨੇ। ਸਰ ਕਿੰਨੇ ਕੁ ਜਿਹੜੇ ਹੋਰ ਸਕੂਲ ਨੇ ਜਾਂ ਕਾਲਜ ਨੇ ਉਹਨਾਂ ਦੇ ਵਿੱਚੋਂ ਕਿੰਨੀ ਗਿਣਤੀ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ? ਟੋਟਲ ਸਾਡੇ ਕੋਲ ਡਿਫਰੈਂਟ ਸਕੂਲ ਦੇ ਵਿੱਚ ਸਾਡੇ ਫੈਕਲਟੀ ਮੈਂਬਰ ਜਾ ਕੇ ਅਵੇਅਰਨੈਸ ਉਹਨਾਂ ਨੂੰ ਕੀਤੀ ਕਿ ਤੁਸੀਂ ਆਓ ਕਿ ਇੱਥੇ ਸਾਡੇ ਕੋਲ ਸਾਇੰਸ ਅਸੀਂ ਕੈਂਪ ਲਗਾਇਆ ਹੋਇਆ ਹੈ। ਤਾਂ ਇਸ ਏਰੀਏ ਦੇ ਡਿਫਰੈਂਟ ਸਕੂਲਸ ਦੇ ਜਿਹੜੇ ਨੇ ਬੱਚੇ ਅਪਰੋਕਸੀਮੇਟ 300 ਸਟੂਡੈਂਟ ਜਿਹੜਾ ਇਹਦੇ 'ਚ ਇਨਵੋਲਵ ਹੈ। ਤੇ ਆਪਾਂ ਰੰਗੋਲੀ ਬਣਾ ਰਹੇ ਹਾਂ। ਆਪਾਂ ਇਹਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਾਂ ਆਪਾਂ ਕੁਦਰਤ ਦਾ ਯੂਜ਼ ਕਰੀ ਜਾ ਰਹੇ ਹਾਂ। ਰਿਸੋਰਸਿਸ ਖਤਮ ਹੋ ਸਕਦੇ हैं इस तरीके ਨਾਲ। एक ग्लोबल वार्मिंग बढ़ रही है। मॉडल है एक न्यूक्लियर पावर प्लांट के ऊपर बेस है। न्यूक्लियर पावर प्लांट के अंदर मतलब एज सेम थर्मल पावर प्लांट की तरह काम करता है। ये साढ़े को न्यूक्लियर रिएक्टर जो है मेन काम होता है। ये स्ट्रीम जनरेट होती आ जी फ्यूल रोड्स है इन्होंने यूरेनियम प्रेजेंट होंगे। यूरेनियम जो है न्यूक्लियर फिजन जो प्रोसैसिंग वर्क करता है। न्यूक्लियर फिजन के क्या होता है यूरेनियम जो है वो न्यूट्रॉन जो ऐड हो जाता जो फिर वो यूरेनियम 236 बन जाता है। ये जी अनस्टेबल स्टेट होती है। अनस्टेबल स्टेट के बाद ये जो अगे जाके फर्दर टुट जाता न्यूक्लियर के बेरियम ते क्रिप्टॉन के नाल साडे कोल 3 न्यूट्रॉन्स बनते ते नाले हीट प्रोड्यूस होती है। वो हीट प्रोड्यूस जी होंगी है वो साडे कोल असीं वो इन्नी ज़्यादा होंगी कि असीं उहनूं कंट्रोल नहीं कर सकते। तो वो जी असीं कंट्रोल करने की मॉडरेटर यूज़ करते हैं। मॉडरेटर है साडे कोल ज़्यादा वो हैवी वाटर या फिर ग्रेफाइट की फॉर्म के ये जो अगे असीं पंप लगाया है जी हीट प्रोड्यूस होनी है असीं उहनूं अगे स्टीम एक्सचेंजर के भेजना है। तो स्टीम एक्सचेंजर के जब असीं जाना है तो इसकी जी पंप यूज़ किया वो ये जी हीट प्रोड्यूस हुई वो घट करने के लिए लगाया ताकि जी स्टीम ना इत्थे ना प्रोड्यूस हो जाए कि इत्थे जाके असीं हीट एक्सचेंजर के प्रोड्यूस करते हैं। इत्थे जो नॉर्मल वाटर प्रेजेंट है वो स्टीम प्रोड्यूस होती है। स्टीम जी कि इन्नी प्रैशर के
ਜਾਣੀ ਕਿ ਟਰਬਾਈਨ ਘੁੰਮਣੀ ਸਟਾਰਟ ਹੋ ਜਾਣੀ ਹੈ। ਟਰਬਾਈਨ ਘੁੰਮਣ ਦੇ ਨਾਲ ਜਿਹੜੀ ਸਾਡੀ ਸ਼ੌਕ ਲੱਗੀ ਹੋਈ ਹੈਗੀ ਉਹ ਜਨਰੇਟਰ ਦੇ ਨਾਲ ਕਨੈਕਟਡ ਹੈ। ਉਹ ਜਨਰੇਟਰ ਜਿਹੜਾ ਸਟਾਰਟ ਹੋ ਜਾਣਾ ਉੱਥੇ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਣੀ। ਇਲੈਕਟ੍ਰਿਸਿਟੀ ਜਿਹੜੀ ਹੈ ਸਾਡੀ ਟਾਵਰ ਦੇ ਤੱਕ ਜਾਣੀ ਤੇ ਉਹ ਸਾਡੇ ਅੱਗੇ ਘਰਾਂ ਦੇ ਵਿੱਚ ਜਾਣੀ ਹੈ। ਇੱਥੇ ਜਿਹੜਾ ਇਹ ਟਰਬਾਈਨ ਘੁੰਮਣੀ ਸਟਾਰਟ ਹੋ ਗਈ, ਜਦੋਂ ਸਟੀਮ ਬਣੀ ਤੇ ਇੱਥੇ ਟਰਬਾਈਨ ਘੁੰਮਣੀ ਸਟਾਰਟ ਹੋ ਗਈ। ਟਰਬਾਈਨ ਜਿਹੜੀ ਹੈ ਉਹ ਜਨਰੇਟਰ ਦੇ ਨਾਲ ਕਨੈਕਟਡ ਹੈ। ਜਨਰੇਟਰ ਜਿਹੜਾ ਹੈਗਾ ਉਹ ਸਾਡੀ ਗ੍ਰਿਡ ਦੇ ਨਾਲ ਕਨੈਕਟਡ ਹੈ ਤੇ ਸਾਡੀ ਜਿਹੜੀ ਲਾਈਟ ਹੈ ਉਹ ਫਲੋ ਕਰਨੀ ਸ਼ੁਰੂ ਹੋ ਜਾਣੀ ਹੈ। ਇਹ ਸਾਡਾ ਸਾਰਾ ਸਿਸਟਮ ਹੈ। ਇਹਦੀ ਐਪਲੀਕੇਸ਼ਨ ਇਹ ਹੈ ਕਿ ਟਰੈਕਿੰਗ ਲਾਈਟ ਦੇ ਵਿੱਚ ਯੂਜ਼ ਕੀਤੇ ਜਾਂਦੇ ਸਟ੍ਰੀਟ ਲੈਂਪਸ ਦੇ ਵਿੱਚ ਹੌਸਪੀਟਲਸ ਤੇ 에ਅਰਲਾਈਨਸ ਹੋਰ ਪ੍ਰੋਪੋਰਸ਼ਨ ਬੈਡਸ ਦੇ ਵਿੱਚ। ਔਰ ਇਹਨੇ ਕੁਝ ਐਡਵਾਂਟੇਜਸ ਵੀ ਹੈ ਕਿ ਇਹਦਾ ਹਾਈ ਸਪੀਡ ਡਾਟਾ ਸਪੀਡ ਹੈ ਤੇ ਇਹਦੇ ਵਿੱਚ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਵਾਈਫਾਈ ਦੇ। ਤੇ ਇਹ ਜਿਹੜਾ ਹੈਗਾ ਆ ਇਹ RF ਸਪੈਕਟਰਮ ਨੂੰ ਵੀ ਸੇਵਿੰਗ ਕਰਦਾ ਹੈ ਕਿਉਂਕਿ ਇਹ ਵਿਜ਼ੀਬਲ ਲਾਈਟ ਤੇ ਸਪੈਕਟਰਮ ਤੇ ਇਹ ਯੂਜ਼ ਕੀਤਾ ਜਾਂਦਾ ਹੈ। The current capacity of teachers can be boosted with technological proper training programs for them. An able teacher today can nurture an able workforce for the future. For example, information and technological tools can be used to enhance learning, teaching, and assessment. There are various references in which how technology is used in the future. For example, recycling and re-engineering. Space tourism, robots in the workplace, working in VR, wearable screens, artificial intelligence are some of the examples that how science and technology will look in the future. To summarize, I would like to say that technological development plays a significant role in achieving SDG targets by improving the efficiency and effectiveness of new and more sustainable ways of development. These include to end the poverty, improve health and education, and promote prosperity and well-being by considering environmental. ਜਿੱਦਾਂ ਆਮ ਅਸੀਂ ਦੇਖਦੇ ਹਾਂ ਆਮ ਆ ਹੈਗਾ ਆਪਣਾ ਫਿਊਲ ਟੈਂਕ। ਜਿੱਦਾਂ ਆਮ ਅਸੀਂ ਮੋਟਰਸਾਈਕਲ ਚਲਾਉਂਦੇ ਇਹਦੇ ਵਿੱਚ ਪੈਟਰੋਲ ਪਵਾਉਂਦੇ ਹਾਂ ਤੇ ਆਹ ਸਾਰਾ ਸਿਸਟਮ ਥੱਲੇ ਵਾਲਾ। ਇਹਦੇ ਵਿੱਚ ਅਸੀਂ ਹੁਣ ਪੈਟਰੋਲ ਦੀ ਜਗ੍ਹਾ ਪਾਣੀ ਪਾ ਦੇਣਾ, ਪਾਣੀ ਪਾ ਕੇ ਤੇ ਕਾਰਬਾਈਡ ਪਾ ਦੇਣਾ। ਉਹ ਪੈਟਰੋਲ ਤੋਂ ਸਸਤਾ ਪੈਣਾ ਸਾਨੂੰ। ਤੇ ਇਹਦੇ ਵਿੱਚ ਜਾ ਕੇ ਇੱਥੋਂ ਹੋ ਕੇ ਗੈਸ ਆ ਹੈਗੀ ਆਪਣੀ ਗੈਸ ਚੈਂਬਰ, ਆ ਹੈਗਾ ਕਾਰਬੀਟਰ। ਗੈਸ ਚੈਂਬਰ ਤੋਂ ਹੋ ਕੇ ਗੈਸ ਇੱਥੇ ਜਾਣੀ, ਫਿਰ ਇਗਨੀਸ਼ਨ ਪੈਦਾ ਹੋਣਾ ਇਹਦੇ ਅੰਦਰ, ਉਹਦੇ ਨਾਲ ਮੋਟਰਸਾਈਕਲ ਸਾਡਾ ਚੱਲਦਾ। ਤੇ ਸਾਨੂੰ ਇਹ ਪੈਟਰੋਲ ਦਾ ਅਲਟਰਨੇਟਿਵ ਹੈ। ਤੁਹਾਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ? ਇਹ ਆਈਡੀਆ ਕਿੱਥੋਂ ਆਇਆ ਤੁਹਾਡੇ ਕੋਲ? 5 ਦਿਨ ਦੇ ਕਰੀਬ 5। ਅਗਰ ਤੁਹਾਡਾ ਇਹ ਪ੍ਰੋਡਕਟ ਤੁਹਾਡਾ ਇਹ ਜਿਹੜਾ ਵੀ ਪ੍ਰੋਜੈਕਟ ਹੈਗਾ ਅਗਰ ਬਾਹਰ ਜਾਂਦਾ ਤੇ ਤੁਹਾਨੂੰ ਲੱਗਦਾ ਕਿ ਲੋਕ ਯੂਜ਼ ਕਰਨਗੇ ਔਰ ਲੋਕਾਂ ਤੇ ਇੰਪਲੀਮੈਂਟ ਹੋ ਸਕਦਾ ਹੈ? ਅਸੀਂ ਸਰ ਥੋੜੇ ਪੈਸੇ ਘੱਟ ਲਾਏ, ਜੇ ਇਹਦੇ ਪਰ ਥੋੜੇ ਜਿਹੇ ਪੈਸੇ ਹੋਰ ਲੱਗੇ ਜਾਣ, ਥੋੜੇ ਜਿਹੇ ਜੇ ਹੋਰ ਪੈਸੇ ਲੱਗੇ ਜਾਣ ਫਿਰ ਇਹ ਵਧੀਆ ਬਣ ਸਕਦਾ ਐਨ ਵਧੀਆ। ਅਸੀਂ ਤਾਂ ਸਰ ਜੁਗਾੜ ਲਾਇਆ, ਅਸੀਂ ਆਪਣਾ ਮਾਡਲ ਦਿਖਾਇਆ ਤੁਹਾਨੂੰ। ਇਹਨੂੰ ਇਹਦਾ ਪੱਕਾ ਕੰਮ ਕਰਨ ਲਈ ਫਿਰ ਪੈਸੇ ਜ਼ਿਆਦਾ ਲੱਗਣੇ, ਥੋੜੇ ਜਿਹੇ ਜਿੰਨੇ ਸਾਡੇ ਲੱਗੇ ਉਹ ਤਾਂ ਥੋੜੇ ਜਿਹੇ। ਸਾਡਾ ਇਹਦੇ ਉੱਪਰ ਖਰਚਾ ਆਇਆ 1000-1500 ਤੇ ਜੇ ਤੁਸੀਂ ਪੱਕਾ ਕੰਮ ਕਰਾਉਣਾ ਤਾਂ 3-4 ਦਿਨ 3-4 ਥੋੜੀ ਲਾਈਟ ਆਉਂਦੀ ਹੈ ਨਾ ਕਿਉਂਕਿ ਆਪਾਂ ਥੋੜਾ ਪ੍ਰੈਸ਼ਰ ਪਾ ਰਹੇ ਹਾਂ। ਅੱਜ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਇੰਡੀਆ ਦੀ ਗਵਰਨਮੈਂਟ ਨੇ ਇੱਕ ਟਾਰਗੇਟ ਸੈੱਟ ਕੀਤਾ ਹੈ ਕਿ 2070 ਤੱਕ ਅਸੀਂ ਆਪਣੀ 50% ਜਿਹੜੀ એનર્ਜੀ ਹੈਗੀ ਉਹ ਅਸੀਂ ਆਪਣੇ ਆਪ ਪ੍ਰੋਡਿਊਸ ਕਰਨੀ ਹੈ। ਤੇ ਸੋਚਿਆ ਕਿ ਕੁਝ ਇੱਦਾਂ ਦਾ ਕਰਦੇ ਕਿ ਜਿੱਥੇ ਮਤਲਬ ਜਿੱਦਾਂ ਹੁਣ ਡਾਂਸ ਤਾਂ ਸਾਰੇ ਕਰਦੇ ਹੈਗੇ ਤੇ ਆਉਣ ਵਾਲੇ ਟਾਈਮ ਵਿੱਚ ਕਲੱਬਸ ਵਗੈਰਾ ਵੀ ਬਹੁਤ ਵੱਧ ਰਹੇ ਹੈਗੇ। ਤਾਂ ਅਸੀਂ ਇੱਥੇ ਇੱਕ ਲੰਡਨ ਦਾ ਮਤਲਬ ਕਲੱਬ ਹੈਗਾ, ਲੰਡਨ ਨਾਈਟ ਕਲੱਬ, ਉੱਥੋਂ ਇੰਸਪੀਰੇਸ਼ਨ ਲਈਏ ਕਿ ਉੱਥੇ ਉਹਨਾਂ ਨੇ ਕੀ ਕੀਤਾ, ਫਲੋਰ ਵਿੱਚ ਇੱਦਾਂ ਦੇ ਕ੍ਰਿਸਟਲਸ ਪਾ ਤੇ ਜਿਹਦੇ ਨਾਲ ਕੀ ਹੁੰਦਾ ਹੈ ਕਿ ਜਦ ਲੋਕ ਨੱਚਦੇ ਆ ਤੇ ਸਪਰਿੰਗ ਫਿੱਟ ਕੀਤੇ ਹੈਗੇ ਤਾਂ ਉਹਦੇ ਨਾਲ ਕਰੰਟ ਪ੍ਰੋਡਿਊਸ ਹੁੰਦਾ ਹੈਗਾ। ਉਹ ਕਰੰਟ ਕੀ ਕਰਦਾ ਅੱਗੇ ਬੈਟਰੀਜ਼ ਵਿੱਚ ਜਾਂਦਾ ਹੈ ਤੇ ਉਹ ਬੈਟਰੀਜ਼ ਅੱਗੇ ਕਰਦੀਆਂ ਹੈਗੀਆਂ ਜਿੰਨੀ ਵੀ ਉਹਦੀ ਕਲੱਬ ਵਿੱਚ ਸਾਨੂੰ એનર્ਜੀ ਦੀ ਲੋੜ ਪੈਂਦੀ ਹੈਗੀ, ਇਲੈਕਟ੍ਰਿਸਿਟੀ ਦੀ ਲੋੜ ਪੈਂਦੀ ਹੈਗੀ, ਉਹ ਇੱਥੋਂ ਹੀ ਪੂਰੀ ਕਰ ਲੈਂਦੇ ਹੈਗੇ। ਜਦ ਲੋਕ ਡਾਂਸ ਕਰਦੇ ਹੈਗੇ ਤਾਂ ਉਹ ਕ੍ਰਿਸਟਲਸ ਕਿਆ ਹੁੰਦੇ ਹੈਗੇ, ਸਪਰਿੰਗ ਨਾਲ ਫਲੋਰ ਉੱਪਰ ਨੀਚੇ ਹੁੰਦਾ ਹੈਗਾ ਤੇ ਉਹ ਕ੍ਰਿਸਟਲਸ ਕਿਆ ਕਰਦੇ ਕਰੰਟ ਪ੍ਰੋਡਿਊਸ ਕਰਦੇ ਹੈਗੇ। ਤੇ ਅਸੀਂ ਚਾਹੁੰਦੇ ਹਾਂ ਕਿ ਇੰਡੀਆ ਵਿੱਚ ਵੀ ਇੱਦਾਂ ਦੇ ਕਲੱਬਸ ਵਗੈਰਾ ਜਾਂ ਫਿਰ ਮੈਰਿਜਸ 'ਤੇ ਜਿੱਦਾਂ ਫਲੋਰ ਵਗੈਰਾ ਹੁੰਦਾ ਹੈਗਾ, ਡਾਂਸ ਫਲੋਰ ਹੁੰਦਾ ਹੈਗਾ, ਉਹ ਇੱਦਾਂ ਦਾ ਸੈਟਅਪ ਕਰਨ ਤਾਂ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਇਲੈਕਟ੍ਰਿਸਿਟੀ ਆਸਾਨੀ ਨਾਲ ਮਿਲ ਸਕੇ। ਮੇਰਾ ਨਾਮ ਦੇਵਿਕਾ ਹੈ, ਮੈਂ ਸਾਇੰਸ ਅਧਿਆਪਕਾ ਗੜੀ ਮੱਤੂ ਸਕੂਲ ਪੜ੍ਹਾਉਂਦੀ ਹਾਂ। ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇੰਨਾ ਜਿੱਥੇ ਕੰਪੀਟੀਸ਼ਨ ਜ਼ਿਆਦਾ ਹੈ, ਇੰਗਲਿਸ਼ ਬੋਲਣ ਵਾਲੇ ਬੱਚੇ ਸਟੈਂਡ ਕਰਦੇ ਪਏ, ਉੱਥੇ ਮੇਰੇ ਸਰਕਾਰੀ ਸਕੂਲ ਤੋਂ ਆਏ ਬੱਚੇ ਬਹੁਤ ਹੀ ਕੌਨਫੀਡੈਂਟਲੀ ਆਪਣਾ ਪ੍ਰੋਜੈਕਟ ਪ੍ਰੈਜ਼ੈਂਟ ਕਰਦੇ। ਮੈਂ ਸਾਰੇ ਪੈਰੈਂਟਸ ਨੂੰ ਇੱਕ ਮੈਸੇਜ ਦੇਣਾ ਚਾਹਾਂਗੀ ਕਿ ਤੁਸੀਂ ਇੱਕ ਮੱਤ ਬਣੀ ਹੋਈ ਹੈ ਕਿ ਪ੍ਰਾਈਵੇਟ ਸੈਕਟਰ ਬਹੁਤ ਅੱਛਾ ਹੈ, ਬਹੁਤ ਵਧੀਆ, ਨੋ ਡਾਊਟ ਉੱਥੇ ਬਹੁਤ ਫੈਸਿਲਿਟੀਜ਼ ਹੈ,
ਬਟ ਸਾਡੀ ਹੁਣ ਗਵਰਨਮੈਂਟ ਨੇ ਸਰਕਾਰੀ ਸਕੂਲਾਂ 'ਚ ਵੀ ਇਹ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਹੈ। ਇਹ ਸਿਰਫ ਮਿਡ ਡੇ ਮੀਲ ਹੀ ਨਹੀਂ, ਈਵਨ ਸਾਇੰਸ ਫੇਅਰ, ਮੈਥ ਫੇਅਰ, ਬਹੁਤ ਸਾਰੇ ਮੇਲੇ ਸਾਡੇ ਸਕੂਲਾਂ ਵਿੱਚ ਲੱਗ ਰਹੇ ਨੇ। ਸਾਡੇ ਸਕੂਲ ਦੇ ਬੱਚੇ ਬਹੁਤ ਹੀ ਕੌਨਫੀਡੈਂਟਲੀ ਆਪਣੇ ਆਪ ਨੂੰ ਹਰ ਜਗ੍ਹਾ ਪ੍ਰੈਜ਼ੈਂਟ ਕਰਦੇ ਪਏ ਨੇ, ਹਰ ਲੈਵਲ 'ਤੇ ਉਹ ਸਟੈਂਡ ਕਰਦੇ ਪਏ ਨੇ। ਈਵਨ ਤੁਸੀਂ ਦੇਖੋਗੇ ਜਿੰਨੀਆਂ ਵੀ ਮੈਰਿਟ ਲਿਸਟਾਂ 'ਚ ਬੱਚੇ ਆ ਰਹੇ, ਸਾਰੇ ਸਕੂਲ ਗਵਰਨਮੈਂਟ ਸਕੂਲਾਂ ਤੋਂ ਬੱਚੇ ਜਾ ਰਹੇ ਨੇ ਉਹਨਾਂ ਵਿੱਚ ਮੈਂਸ਼ਨ ਕਰਦੇ। ਹਾਂਜੀ, ਤੁਹਾਡਾ ਕੀ ਪ੍ਰੋਜੈਕਟ ਔਰ ਕਿਹੜੀ ਜਗ੍ਹਾ ਤੋਂ ਹੈ? Hi, I am Ramandeep Kaur. I am from BM Khalsa College, Garshankar. ਜਿਹੜਾ ਇਹ ਪ੍ਰੋਜੈਕਟ ਹੈ ਇਹ ਇੱਕ ਤਰ੍ਹਾਂ ਦੀ ਗੇਮ ਹੈ, ਬਜ਼ਰ ਗੇਮ। ਇਹਦੇ ਵਿੱਚ ਕੀ ਹੈ ਕਿ ਇੱਕ ਸਰਕਟ ਨੂੰ ਇਸ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਕਨੈਕਟ ਕੀਤਾ ਗਿਆ ਹੈ ਕਿ ਜਿਸ ਟਾਈਮ ਜਿਹੜੀ ਇਹ ਫ੍ਰੀ ਲੂਪ ਹੈ ਇਹ ਜਦੋਂ ਇਸ ਮੈਟਲ ਵਾਇਰ ਦੇ ਨਾਲ ਕਨੈਕਟ ਹੁੰਦੀ ਹੈ ਤਾਂ ਉਸ ਟਾਈਮ ਇਹ ਬਲਬ ਗਲੋ ਕਰਨਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਜਿਵੇਂ ਕਿ ਹੁਣ ਮੈਂ ਇਹਨੂੰ ਚਲਾ ਕੇ ਦੱਸਦੀ, ਜਿਹੜਾ ਇਹ ਸਾਡਾ ਹੋਲ ਸਰਕਟ ਹੈ ਇਹ ਬੈਟਰੀ, ਸਵਿਚ ਤੇ ਬਲਬ ਦੇ ਨਾਲ ਕਨੈਕਟਡ ਹੈ। ਜਿਸ ਟਾਈਮ ਅਸੀਂ ਇਹਨੂੰ ਲੂਪ ਨੂੰ ਸਟਾਰਟ ਕਰਨਾ ਸ਼ੁਰੂ ਕਰਾਂਗੇ ਅਸੀਂ ਇਹਨੂੰ ਇਸ ਤਰੀਕੇ ਨਾਲ ਲਿਜਾਣਾ ਕਿ ਸਾਡਾ ਬਲਬ ਨਾ ਗਲੋ ਕਰੇ। ਜਿਸ ਟਾਈਮ ਇਹਦੇ ਨਾਲ ਟੱਚ ਹੋ ਗਿਆ ਉਸ ਟਾਈਮ ਬਲਬ ਗਲੋ ਕਰਨਾ ਸ਼ੁਰੂ ਕਰ ਜਾਂਦਾ ਹੈ, ਮੀਨਿੰਗ ਕਿ ਇਹ ਜਿਹੜਾ ਸਰਕਟ ਹੈ ਉਹ ਸਾਡਾ ਕਲੋਜ਼ਡ ਹੋ ਗਿਆ। My name is Neeta. I am from BM Khalsa College, Garshankar. ਮੇਰਾ ਮਾਡਲ ਵੈਕਿਊਮ ਕਲੀਨਰ ਹੈ, ਇਹਨੂੰ ਅਸੀਂ ਘਰਾਂ ਦੇ ਵਿੱਚ ਵੀ ਇਸਤੇਮਾਲ ਕਰਦੇ ਹਾਂ। ਇਹ ਕਿਹੜੀ ਤਕਨੀਕ ਨਾਲ ਬਣਾਇਆ ਤੁਸੀਂ? ਜਿਹੜਾ ਅਸੀਂ ਘਰਾਂ ਦੇ ਵਿੱਚ ਨਾਰਮਲੀ ਫੈਨ ਯੂਜ਼ ਕਰਦੇ ਹਾਂ, ਉਹਨਾਂ ਦੇ ਜਿਹੜੇ ਫੈਨ ਦੇ ਫਰ ਹੁੰਦੇ ਆ ਉਹਨਾਂ ਦਾ ਸਟਰਕਚਰ ਇੱਦਾਂ ਹੁੰਦਾ ਕਿ ਮੋਹਰੇ ਨੂੰ ਹਵਾ ਮਾਰਦੇ ਆ, ਪਰ ਇਹ ਮੈਂ ਘਰੋਂ ਵੇਸਟ ਚੀਜ਼ਾਂ ਤੋਂ ਨਵਾਂ ਇੱਕ ਫਰ ਬਣਾਇਆ ਜਿਹੜੇ ਕਿ ਪਿੱਛੇ ਨੂੰ ਹਵਾ ਮਾਰਦੇ ਆ। ਇਹ ਜੋ ਵੀ ਸਾਡਾ ਖਲਾਰਾ ਹੁੰਦਾ ਜਿਹੜਾ ਅਸੀਂ ਨਹੀਂ ਹੱਥਾਂ ਨਾਲ ਚੱਕ ਸਕਦੇ, ਕਾਫੀ ਟਾਈਮ ਲੱਗ ਜਾਂਦਾ ਹੈ, ਉਹ ਚੱਕਣ ਲਈ ਬਣਾਇਆ। Hello, my name is Shubhar. I graduated class from Government High School, Garimoto. ਅਸੀਂ ਹੁਣ ਸਰਕਾਰੀ ਸਕੂਲ ਤੋਂ ਪੜ੍ਹ ਕੇ ਅਸੀਂ ਸਾਇੰਸ ਫੇਅਰ ਵਿੱਚ ਪਹੁੰਚੇ ਹਾਂ। ਥੈਂਕ ਯੂ। Hello everyone, my name is Shubhar. I graduated class from Government High School, Garimoto. ਮੇਰੀ ਐਕਟੀਵਿਟੀ ਦਾ ਨੇਮ ਹੈ ਵੇਸਟ ਮਟੀਰੀਅਲ। ਅਸੀਂ ਵੇਸਟ ਮਟੀਰੀਅਲ ਜਿਵੇਂ ਕਿ ਢੱਕਣ ਲੈ ਕੇ ਤੇ ਵੇਸਟ ਮਟੀਰੀਅਲ ਲੈ ਕੇ ਅਸੀਂ ਇਸ ਨੂੰ ਤਿਆਰ ਕੀਤਾ ਹੈ, ਗੱਤਾ ਲੈ ਕੇ ਤਿਆਰ ਕੀਤਾ ਹੈ, ਜੋ ਕਿ ਇਹ ਹੈ ਮਸ਼ੀਨ ਹੈ ਜਿਸ ਨਾਲ ਫਸਲ ਵੱਢੀ ਜਾਂਦੀ ਹੈ। ਅਸੀਂ ਇਸ ਨੂੰ ਹੁਣ ਚਲਾ ਕੇ ਦਿਖਾਵਾਂਗੇ। ਅਸੀਂ ਦੇਖਿਆ ਕਿ ਅਸੀਂ ਹੁਣ ਆਉਣ ਵਾਲਾ ਵੱਢ ਰਿਹਾ ਹੈ, ਜਿਸ ਵਿੱਚ ਅਸੀਂ ਇਹਨੂੰ ਵੱਢਾਂਗੇ। ਇਸ ਨੂੰ ਅਸੀਂ ਕਣਕ ਝੋਨਾ ਤੇ ਅਸੀਂ ਮੂੰਗੀ ਤੇ ਸੋਇਆਬੀਨ ਨੂੰ ਵੱਢ ਸਕਦੇ ਹਾਂ। ਇਹ ਆਉਣ ਵਾਲੇ ਸੀਜ਼ਨ ਵਿੱਚ ਕੰਮ ਆਵੇਗੀ। ਇਹ ਮਸ਼ੀਨ ਅਸੀਂ ਵੇਸਟ ਮਟੀਰੀਅਲ ਤੋਂ ਬਣਾਈ ਗਈ ਹੈ। ਥੈਂਕ ਯੂ ਮੈਮ। ਹੈਲੋ ਸਰ, ਮੇਰਾ ਨਾਮ ਜਸਪ੍ਰੀਤ ਯਾਦਵ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਈ ਦੀ 10ਵੀਂ ਜਮਾਤ ਦੀ ਵਿਦਿਆਰਥੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਪ੍ਰੋਜੈਕਟ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਆਟੋਮੈਟਿਕ ਹੈਲਥ ਕਰਨਾ ਟੈਂਕ। ਇਸ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਇੱਕ ਆਟੋਮੈਟਿਕ ਸੈਂਸਰ ਲਗਾਇਆ ਹੋਇਆ ਹੈ, ਇੱਕ ਬੋਤਲ ਲਗਾਈ ਹੋਈ ਹੈ। ਇਸ ਦਾ ਕੋਸਟ ਬਹੁਤ ਘੱਟ ਆਉਂਦਾ ਹੈ, ਇਸ ਨੂੰ ਅਸੀਂ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਸ ਦੇ ਹੇਠਾਂ ਹੱਥ ਲਿਆਉਂਦੇ ਹੀ ਇਹ ਆਨ ਹੋ ਜਾਂਦਾ ਹੈ ਅਤੇ ਇਸ ਵਿੱਚੋਂ ਸੈਨੀਟਾਈਜ਼ਰ ਬਾਹਰ ਆ ਜਾਂਦਾ ਹੈ। My name is Subhashi. I am from Goa Public Senior Secondary School, Paroval. So today we are here with our 3 projects: blind stick, sound reactive LED, and the beat controller. So starting with the blind stick, it is used by many blind people to detect the objects in front of it, so they can, they do not bump around in any walls or any doors. So next is sound reactive LED. It is used in many DJs or any occasion where light is a very prominent part. And then it's a wheel controller. It can be used in many parking areas and can be used where the parking area is very nominal. First one is blind stick, second is sound reactive LED, and third is a wheel controller. And all these 3 projects are very good and very
ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ BM ਖਾਲਸਾ ਕਾਲਜ ਦਰਸ਼ਨ ਦੇ ਵਿੱਚ ਅਸੀਂ ਮੋਡਲ ਮੇਕਿੰਗ ਦੇ ਵਿੱਚ ਕੰਪੀਟੀਸ਼ਨ ਲਿਆ ਤੇ ਜਿਸ ਵਿੱਚ ਅਸੀਂ ਅੱਜ ਦਾ ਵਿਸ਼ਾ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਬਾਰਿਸ਼ ਦਾ ਪਾਣੀ ਹੁੰਦਾ ਹੈ ਉਸ ਨੂੰ ਅਸੀਂ ਫਜ਼ੂਲ ਸਮਝਦੇ ਹਾਂ, ਪਰ ਇਹ ਪਾਣੀ ਫਜ਼ੂਲ ਨਹੀਂ ਹੈ। ਇਸ ਦੀ ਵਰਤੋਂ ਦੇ ਨਾਲ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ। ਇੱਕ ਮਸ਼ੀਨ ਹੈ ਜਿਸ ਦਾ ਨਾਮ ਹੈ ਟਰਬਾਈਨ, ਉਸ ਦੀ ਮਦਦ ਦੇ ਨਾਲ ਅਸੀਂ ਬਿਜਲੀ ਪੈਦਾ ਕਰਕੇ ਆਪਣੇ ਘਰਾਂ ਵਾਸਤੇ ਯੂਜ਼ ਕਰ ਸਕਦੇ ਹਾਂ ਤੇ ਇਸ ਦੇ ਨਾਲ ਜਿਹੜੇ ਸਾਡੇ ਬਿਜਲੀ ਦੇ ਬਿੱਲ ਆ ਉਹਨਾਂ ਵਿੱਚ ਵੀ ਘਾਟਾ ਹੋਏਗਾ ਤੇ ਅਸੀਂ ਇਸ ਨੂੰ ਕਈ ਚੀਜ਼ਾਂ ਵਾਸਤੇ ਯੂਜ਼ ਕਰ ਸਕਦੇ ਹਾਂ। ਸਰ ਕਿ ਪਵਨ ਚੱਕੀ ਰਾਤ ਸੇ ਯੂਜ਼ ਕਰ ਸਕਦੇ ਹਾਂ। ਜਿਹੜੀ ਪਵਨ ਚੱਕੀ ਜਦ ਹਵਾ ਆਉਂਦੀ ਹੈ ਤਾਂ ਇਹਦੇ ਬਲੇਡਸ ਹੁੰਦੇ ਆ ਉਹ ਵਿੰਡ ਐਨਰਜੀ ਨੂੰ ਰੋਟੇਸ਼ਨਲ ਕਨਵਰਟ ਕਰ ਦਿੰਦੇ ਆ ਜਿਸ ਨਾਲ ਕਿ ਐਨਰਜੀ ਪ੍ਰੋਡਿਊਸ ਹੁੰਦੀ ਹੈ। जब हवा आती है तो इसके ब्लेड्स होंगे और विंड एनर्जी रोटेशनल कन्वर्ट कर देंगे हैं जिस नाल की एनर्जी प्रोड्यूस होती है। प्रोजेक्ट रखा वर्किंग अबाउट द नैचुरल डिजास्टर कुदरती आफतां जिਵੇਂ ਅਸੀਂ ਦੇਖਿਆ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਕੁਦਰਤੀ ਆਫਤਾਂ ਵੱਧ ਰਹੀਆਂ ਨੇ। ਅਸੀਂ ਇਹਨਾਂ 'ਤੇ ਕੰਟਰੋਲ ਨਹੀਂ ਕਰ ਰਹੇ, ਇਹਨਾਂ ਦੀ ਪ੍ਰੋਬਲਮਸ ਕਿਆ ਹੈ ਇਹਦੇ 'ਤੇ ਡਿਸਕਸ ਕਰ ਲਈ। ਇਹ ਸਾਡਾ ਵਰਕਿੰਗ ਮਾਡਲ ਹੈ, ਇਹਦੇ ਵਿੱਚ ਆਪਾਂ ਫਲੱਡ ਔਰ ਅੱਗ 'ਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਬਿਕੋਜ਼ ਇਸ ਸਾਡੇ ਇਸ ਭਾਰਤ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਪ੍ਰੋਬਲਮਸ ਦਾ ਬਹੁਤ ਜ਼ਿਆਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਇਲਾਕੇ ਇਹਨਾਂ ਦੀ ਵਜ੍ਹਾ ਨਾਲ ਤਬਾਹ ਹੋ ਰਹੇ ਨੇ, ਇਸ ਲਈ ਅਸੀਂ ਇਹਨਾਂ 'ਤੇ ਇੱਕ प्रोजेक्ट तैयार किया है जिसके तक इसकी प्रॉब्लम और सोल्यूशन दोनों बारे डिस्कस किया है। हाइड्रोलिक लिफ्ट जो कि पास्कल लॉ की एप्लीकेशन है और ये वर्क करता है कि असं मतलब मेन इसका काम ये है कि असं थोड़ी फोर्स लगाते हैं लेकिन जी सू आउटपुट मिलती है बहुत लार्ज मिलती है। आमतौर पर देख सकते हैं कि बाइक्स वगैरह में बस हाथ ना उठा लेंगे हैं लेकिन कार्स वगैरह की सर्विस करानी होती है बड़े बड़े ट्रक होंगे हैं उन्होंने असं नहीं उठा सकते हैं कि फिर उन्होंने इनकी हाइड्रोलिक लिफ्ट लिफ्ट की करती है उन्होंने ऑब्जेक्ट्स को अप लैके जाती है असं इसका वर्क भी करते हैं। BM खालसा कॉलेज के 28 साइंस के सेलिब्रेट कर रहे हैं और एक डिफरेंट फील्ड के हैं मॉडल चार्ट्स प्रेजेंट कर रहे हैं जिसमें असं मैथ के प्रेजेंट कर रहे हैं पजल्स एंड रिडल्स। इन रिलेटेड कुछ रिडल्स है साढ़े को कुछ पजल सॉल्व करने है इन रिलेटेड कुछ डिस्कवरीज भी है सो असं इनू अज डिस्क्राइब करेंगे। एक्सपीरियंस अच्छा लग रहा है? हाँ जी बहुत वधिया। ਅਸੀਂ ਪਿਛਲੇ 7 ਸਾਲਾਂ ਤੋਂ ਇਸ ਕਾਲਜ ਵਿੱਚ ਪੜ੍ਹ ਰਹੇ ਹਾਂ ਪਰ ਔਰ ਸਾਨੂੰ ਬਹੁਤ ਕੁਝ ਡਿਫਰੈਂਟ ਫੈਸਟੀਵਲ ਤੇ ਡਿਫਰੈਂਟ ਓਕੇਸ਼ਨ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਇੱਦਾਂ ਦੇ ਫੈਸਟੀਵਲ ਤੇ ਵੀ ਸਾਨੂੰ ਆਪਣਾ ਕੌਨਫੀਡੈਂਟ ਲੈਵਲ ਔਰ ਸਾਨੂੰ ਬਹੁਤ ਕੁਝ ਡਿਫਰੈਂਟ ਟਾਈਪਸ ਦੀਆਂ ਜਿਹੜੀਆਂ ਨੌਲੇਜ ਉਹ ਗੇਨ ਹੋ ਰਹੀ ਹੈ। ਜੇ ਆਪਾਂ ਸੋਸ਼ਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ 'ਚ ਅਵੇਅਰਨੈਸ ਜਾਗਰੂਕਤਾ ਬਹੁਤ ਘੱਟ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ। ਅਗਰ ਤੁਸੀਂ ਕੱਲ੍ਹ ਨੂੰ ਸਾਇੰਸ ਪੜ੍ਹਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਫਸਟ ਹੀ ਕੰਮ ਕੀ ਹੋਊਗਾ? ਜਿਹੜਾ ਅੱਜ ਕੱਲ੍ਹ ਦੇ ਜਿਹੜੇ ਬੱਚੇ ਉਹ ਜ਼ਿਆਦਾ ਫਿਰ ਆਨਲਾਈਨ ਕਲਾਸਿਸ ਦੇ ਕਾਰਨ ਉਹਨਾਂ ਦੀ ਸਟੱਡੀ ਬਹੁਤ ਸਾਰਾ ਡਿਸਟਰਬ ਹੋ ਗਈ ਪਰ ਅਸੀਂ ਜਿਹੜੀ ਜ਼ਿਆਦਾ ਫੋਕਸ ਕਰ ਰਹੇ ਹਾਂ ਥਿਓਰੈਟੀਕਲ ਵਰਕ ਤੇ ਪ੍ਰੈਕਟੀਕਲ ਵਰਕ ਤੇ ਬਹੁਤ ਘੱਟ ਫੋਕਸ ਹੋ ਰਿਹਾ ਪਰ ਲੇਕਿਨ ਅਸੀਂ ਜਿਹੜੇ ਇੱਦਾਂ ਦੇ ਐਗਜ਼ੀਬਿਸ਼ਨ ਹੈ ਥੋੜ੍ਹੇ ਜੋ ਸਾਡਾ ਸਬਜੈਕਟ ਹੈ ਉਹਨੂੰ ਪ੍ਰੈਕਟੀਕਲ ਤੌਰ 'ਤੇ ਲੈ ਕੇ ਬਾਹਰ ਆ ਰਹੇ ਤੇ ਜਿਹਦੇ ਕਾਰਨ ਥੋੜ੍ਹਾ ਜਿਹਾ ਇੰਟਰਸਟ ਵੀ ਬੱਚਿਆਂ ਦੇ ਇਹਨਾਂ ਵਿੱਚ ਵਧੇ। ਜਿੱਦਾਂ ਕਿ ਹੁਣ ਮੈਥ ਹੀ ਹੈ ਮੈਥ ਨੂੰ ਸਾਰੇ ਬਹੁਤ ਡਿਫੀਕਲਟ ਤਰ੍ਹਾਂ ਲੈ ਰਹੇ ਆ ਲੇਕਿਨ ਅਸੀਂ ਕੁਝ ਪਜ਼ਲਸ ਕੁਝ ਰੀਡਲਸ ਜਾਂ ਫਿਰ ਕੁਝ ਨਵੇਂ ਐਕਸਪੀਰੀਅੰਸ ਲੈ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸਲ 'ਚ ਜੇ ਸਾਇੰਸ ਡੇ ਜਿਹੜਾ ਹੈਗਾ ਇਹ ਕਾਫੀ ਦੇਰ ਤੋਂ ਮਨਾਇਆ ਜਾ ਰਿਹਾ। ਇਹਦਾ ਮੇਨ ਮੋਟਿਵ ਇਹੀ ਸੀਗਾ ਕਿ CV ਰਮਨ ਸਾਡੇ ਸਾਇੰਟਿਸਟ ਹੋਏ ਨੇ ਉਹਨਾਂ ਦੀ ਨੇ ਰਮਨ ਇਫੈਕਟ ਜਿਹੜਾ ਹੈ ਇਸ ਦਿਨ ਲੱਭਿਆ ਸੀਗਾ ਤੇ ਉਸ ਕਰਕੇ ਇਸੇ ਚੀਜ਼ ਨੂੰ ਯਾਦ ਰੱਖਣ ਵਾਸਤੇ ਨੈਸ਼ਨਲ ਸਾਇੰਸ ਡੇ 28 ਫਰਵਰੀ ਨੂੰ ਹਰ ਸਾਲ ਮਨਾਇਆ ਜਾਂਦਾ। ਇਸ ਕਰਕੇ ਇਸ ਵਾਰੀ ਅਸੀਂ 5 ਤਰ੍ਹਾਂ ਦੇ ਕੰਮ ਕਰ ਰਹੇ ਹਾਂ ਕਿ ਬੱਚਿਆਂ ਵਿੱਚ ਬੱਚੇ ਪ੍ਰੋਜੈਕਟ ਬਣਾ ਰਹੇ ਨੇ ਮੋਡਲਸ ਬਣਾ ਰਹੇ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਕਰ ਰਹੇ ਨੇ ਰੰਗੋਲੀ ਹੈ ਤੇ ਚਾਰਟ ਜਿਹੜੀ ਹੈ ਜਿਨ੍ਹਾਂ ਵਿੱਚੋਂ ਵੱਖ-ਵੱਖ ਤਰ੍ਹਾਂ ਤਰੀਕਿਆਂ ਨਾਲ ਸਾਇੰਸ ਦੇ ਵਿੱਚ ਨਵੀਂ ਟੈਕਨੋਲੋਜੀ 'ਚ ਕੀ ਆ ਰਿਹਾ ਹੈ
ਜਾਂ ਅੱਜ ਕੱਲ੍ਹ ਜਿਵੇਂ ਸਸਟੇਨੇਬਿਲਿਟੀ ਦੀ ਗੱਲ ਹੁੰਦੀ ਹੈ, ਉਸ ਦੇ ਵਿੱਚ ਸਸਟੇਨੇਬਿਲਿਟੀ 'ਚ ਇਹ ਕਰ ਰਹੇ ਹਾਂ ਕਿ ਟੈਕਨੋਲੋਜੀ ਕਿਵੇਂ ਸਾਡੇ ਵਾਤਾਵਰਣ ਨੂੰ, ਸਾਡੇ ਆਲੇ ਦੁਆਲੇ ਨੂੰ ਸਸਟੇਨ ਕਰ ਸਕਦੀ ਹੈ। ਅੱਜ ਕੱਲ੍ਹ ਦਾ ਸਭ ਤੋਂ ਵੱਡਾ ਮੋਟਿਵ ਵੀ ਇਹੀ ਹੈ ਕਿ ਸਾਇੰਸ ਐਂਡ ਟੈਕਨੋਲੋਜੀ ਵਿਦ ਸਸਟੇਨੇਬਲ ਡਿਵੈਲਪਮੈਂਟ। ਸੋ ਇਹ ਮੇਨ ਮੋਟਿਵ ਜਿਹੜਾ ਸਾਡਾ ਅਸੀਂ ਲੈ ਕੇ ਚੱਲਦੇ ਹਾਂ, ਔਰ ਬੱਚਿਆਂ ਨੇ ਬਹੁਤ ਵਧੀਆ ਪ੍ਰੋਜੈਕਟ ਬਣਾਏ ਨੇ ਜਿਸ 'ਚ ਉਹ ਸਸਟੇਨੇਬਿਲਿਟੀ ਦੀ ਗੱਲ ਕਰ ਰਿਹਾ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਦੱਸ ਸਕਦੀ ਹਾਂ ਕਿ ਰੇਨ ਵਾਟਰ ਤੋਂ ਵੀ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ। ਕਈ ਬੱਚਿਆਂ ਨੇ ਅਸੀਂ ਕੈਮੀਕਲਸ ਜਿਹੜੀ ਲੈਬਸ ਯੂਜ਼ ਕਰਦੇ ਹਾਂ, ਉਸ ਤੋਂ ਅਸੀਂ ਨਵੇਂ ਤਰੀਕੇ ਨਾਲ ਅਸੀਂ ਆਪਣੀ ਮੋਟਰ ਬਾਈਕਸ ਚਲਾ ਸਕਦੇ ਹਾਂ। ਨਵੀਂ ਟੈਕਨੋਲੋਜੀ, ਤੁਹਾਨੂੰ ਇੱਥੇ ਕਈ ਮਾਡਲਸ ਇਹੋ ਜਿਹੇ ਦਿਸਣਗੇ ਜਿਹੜੇ ਕਿ ਨਵੀਂ ਟੈਕਨੋਲੋਜੀ ਨਾਲ ਹੋਣਗੇ। ਮੈਮ, ਜੇ ਕੁੜੀਆਂ ਮੁੰਡਿਆਂ ਦੀ ਗੱਲ ਕਰੀਏ ਤਾਂ ਕੋ ਐਜੂਕੇਸ਼ਨ ਦੇ ਵਿੱਚ ਕਿੰਨੇ ਕੁ ਬੱਚਿਆਂ ਦੀ ਸ਼ਮੂਲੀਅਤ ਜਿਹੜੀ ਹੈ ਇਸ ਸਾਇੰਸ ਵਿੱਚ? ਜਦੋਂ ਕੋ ਐਜੂਕੇਸ਼ਨ ਕਰਦੇ ਹਾਂ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਅੱਜ ਕੱਲ੍ਹ ਮੁੰਡਿਆਂ ਜਿਹੜੇ ਹੈ ਉਹ ਐਜੂਕੇਸ਼ਨ, ਹਾਇਰ ਐਜੂਕੇਸ਼ਨ ਵੱਲ ਘੱਟ ਆ ਰਿਹਾ, ਪਰ ਇੱਥੇ ਸਾਡੇ ਕੋਲੇ ਜਿੱਥੇ ਸਾਡੇ ਕਾਲਜ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ, ਮੁੰਡੇ ਵੀ ਤੇ ਕੁੜੀਆਂ ਵੀ, ਪਰ ਸਾਡੇ ਕੋਲ 4 ਤੋਂ 5 ਟੀਮਾਂ ਬਾਹਰਲੇ ਸਕੂਲਾਂ ਤੇ ਕਾਲਜਾਂ 'ਚ ਵੀ ਆਈਆਂ ਨੇ, ਜਿਨ੍ਹਾਂ ਵਿੱਚ ਤਕਰੀਬਨ ਇੱਕੋ ਜਿੰਨੀ ਸ਼ਮੂਲੀਅਤ ਹੈ। ਇੱਕ ਟੀਮ ਦੇ ਵਿੱਚ ਜਿਹੜੇ ਹੈ ਮੁੰਡੇ ਨੇ ਤੇ 2-3 ਟੀਮਾਂ 'ਚ ਕੁੜੀਆਂ ਨੇ, ਪਰ ਕੁੜੀਆਂ ਦੀ ਸ਼ਮੂਲੀਅਤ ਮੁੰਡਿਆਂ ਨਾਲੋਂ ਜ਼ਿਆਦਾ ਹੈ।